ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨਾਂ ਟੋਨੀ ਟਰਕੀਅਨਾਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਗਲੋਬਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 23 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਸਿਆਸੀ ਹਲਚਲ ਤੋਂ। ਪੰਜਾਬ ਦੇ ਵਿੱਚ ਸਿਆਸੀ ਹਲਚਲ, ਸਿਆਸੀ ਚਰਚਾ ਖਾਸੀ ਹੋਈ ਹੈ, ਖਾਸ ਤੌਰ ਤੇ ਜਿਹੜੇ ਪਤੀ ਪਤਨੀ ਵਾਲੇ ਗੱਠਜੋੜ ਆ, ਦੋ ਪਾਰਟੀਆਂ, ਪ੍ਰਕਾਸ਼ ਸਿੰਘ ਬਾਦਲ ਜਿਹਨੂੰ ਕਹਿੰਦੇ ਹੁੰਦੇ ਸੀ ਭਾਜਪਾ ਤੇ ਅਕਾਲੀ ਦਲ। ਭਾਜਪਾ ਨੇ ਇਕੱਲਿਆਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਜੀ। ਦੇਖੋ, ਇਹ ਕਈ ਵਾਰ ਚਰਚਾ ਹੋਈ ਹੈ ਇਸ ਪਹਿਲੂ ਦੇ ਉੱਤੇ, ਇਹ ਕੋਈ ਨਵੀਂ ਨਹੀਂ ਹੈ ਚਰਚਾ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰ, ਚਾਹੇ ਉਹ ਰਾਸ਼ਟਰੀ ਲੀਡਰ ਨੇ, ਚਾਹੇ ਪੁਰਾਣੇ ਸੰਘੀ ਲੀਡਰ ਨੇ, ਉਹ ਇਕੱਲਿਆਂ ਲੜਨ ਦੀ ਗੱਲ ਕਰਦੇ ਰਹੇ। ਪਰ ਉੱਥੇ ਹੀ ਦੋ ਵੱਡੇ ਦਿੱਗਜ ਕਾਂਗਰਸੀ ਲੀਡਰ ਜਿਹੜੇ ਅੱਜ ਕੱਲ ਭਾਜਪਾਈ ਨੇ ਪੂਰੀ ਤਰ੍ਹਾਂ, ਇੱਕ ਤਾਂ ਪ੍ਰਧਾਨ ਨੇ ਹਾਂਜੀ ਹੈਨਾ, ਉਹ ਹੁਣ ਸੁਨੀਲ ਜਾਖੜ ਤੇ ਦੂਸਰੇ ਪਾਸੇ ਚਾਹੇ ਕੈਪਟਨ ਅਮਰਿੰਦਰ ਸਿੰਘ, ਇਹ ਦੋਵੇਂ ਲੀਡਰ ਏਕਤਾ ਦੀ ਗੱਠਜੋੜ ਦੀ ਵਕਾਲਤ ਕਰਦੇ ਰਹੇ ਨੇ। ਜੀ ਜੀ। ਪਰ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਅੱਜ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜਿਹੜੇ ਨਵੇਂ ਬਣੇ ਨੇ, ਨਿਤਿਨ ਨਵੀਨ ਹੈਨਾ, ਉਹਨਾਂ ਨੇ ਐਲਾਨ ਕੀਤਾ ਕਿ ਵੀ ਕਿ ਅਸੀਂ ਆਪਣੇ ਦਮ ਤੇ ਚੋਣ ਲੜਾਂਗੇ, ਅਸੀਂ ਕਿਸੇ ਨਾਲ ਗੱਠਜੋੜ ਨਹੀਂ ਕਰਾਂਗੇ। ਠੀਕ ਹੈ ਜੀ। ਉਹ ਕਹਿੰਦੇ ਜਿੱਤ ਹਾਰ ਦਾ ਮਸਲਾ ਨਹੀਂਗਾ, ਅਸੀਂ ਆਪਣੇ ਦਮ ਤੇ ਦੇਖਾਂਗੇ। ਹੁਣ ਪਹਿਲੂ ਇਹ ਹੈ ਕਿ ਨਿਤਿਨ ਨਵੀਨ ਦੇ ਵਿੱਚ ਇੰਨੀ ਸ਼ਕਤੀ, ਇੰਨਾ ਦਮ ਹੈਗਾ ਕਿ ਉਹ ਆਪੇ ਡਿਸੀਜਨ ਲੈਣ। ਸਹੀ ਹੈ, ਬਿਲਕੁਲ ਸਹੀ। ਸਭ ਨੂੰ ਪਤਾ ਹੈ ਕਿ ਫੈਸਲਾ ਤਾਂ ਮੋਦੀ ਅਮਿਤ ਸ਼ਾਹ ਦੇ ਦਰ ਤੇ ਹੋਣਾ, ਉਹਨਾਂ ਦੀ ਇੱਛਾ ਅਨੁਸਾਰ ਹੋਣਾ। ਸਹੀ ਹੈ। ਪਰ ਰਾਸ਼ਟਰੀ ਪ੍ਰਧਾਨ ਜੇ ਬੋਲ ਰਿਹਾ ਤਾਂ ਉਹਦੇ ਅਰਥ ਜ਼ਰੂਰ ਹੈਗੇ, ਉਹ ਉਹਨਾਂ ਤੋਂ ਬਾਹਰ ਜਾ ਕੇ ਨਹੀਂ ਬੋਲ ਸਕਦਾ ਆਪਣੀ ਮਰਜ਼ੀ ਨਾਲ ਵੀ। ਹੁਣ ਕੀ ਇਹ ਫੈਸਲਾ ਸੁਣਾਇਆ ਗਿਆ ਜਾਂ ਇਹ ਆਫਰ ਦਿੱਤੀ ਗਈ ਹੈ? ਪ੍ਰਵੀਨ ਜੀ, ਉਹਨਾਂ ਨੇ ਕਿਹਾ ਕਿ ਅਸੀਂ ਗੱਠਜੋੜ ਨਹੀਂ ਕਰਾਂਗੇ। ਜੀ ਜੀ। ਤੁਸੀਂ ਕਰਨਾ ਤਾਂ ਜੋ ਤੁਹਾਨੂੰ ਸੱਦਾ ਹੈ ਨਾ ਕਿ ਤੁਸੀਂ ਝੁੱਕ ਕੇ ਆ ਜਾਓ। ਹੁਣ ਤੱਕ ਬੀਜੇਪੀ ਛੋਟੇ ਭਰਾ ਦੀ ਭੂਮਿਕਾ ਸੀ ਨਾ, ਤੇ ਹੁਣ ਉਹ ਭੂਮਿਕਾ ਬਦਲਣਾ ਚਾਹੁੰਦੀ ਆ ਕਿ ਤੁਸੀਂ ਨਿਮ ਕੇ ਆਓਗੇ ਤਾਂ ਸੀਟਾਂ ਘਟਾ ਕੇ ਆਓਗੇ ਤਾਂ ਆ ਜਾਓ ਜੀ, ਫਿਰ ਦੇਖ ਲਾਂਗੇ। ਹੁਣ ਜੇ ਇਹ ਕੌੜੀ ਸੱਚਾਈ ਆ ਕਿ ਪੰਜਾਬ ਦੇ ਵਿੱਚ ਜਿਹੜੇ ਅਕਾਲੀ ਦਲ, ਖਾਸ ਕਰਕੇ ਦੋ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪੁਨਰ ਸੁਰਜੀਤ ਅਕਾਲੀ ਦਲ, ਚਲੋ ਢੀਂਡਸਿਉਰਾਂ ਵਾਲਾ ਦਲ ਬਣਿਆ ਸੀ, ਇੱਧਰ ਉੱਧਰ ਪਿੱਛੇ ਮਰਜ ਹੋ ਗਿਆ ਹੁਣ ਤਾਂ, ਇਹ ਦੋ ਅਕਾਲੀ ਦਲ ਜੀ ਦੋਵੇਂ ਇੱਕ ਦੂਏ ਤੋਂ ਵੱਧ ਕਾਲੇ ਨੇ ਜਿਹੜੇ ਬੀਜੇਪੀ ਨਾਲ ਗੱਠਜੋੜ ਕਰਨ ਲਈ ਤਿਆਰ ਨੇ। ਸਹੀ ਹੈ, ਕੋਈ ਸ਼ੱਕ ਦੋਵਾਂ ਚ ਕਿਤੇ ਵੀ ਇਹ ਨਹੀਂਗਾ ਕਿ ਹਾਂ ਦੋਵਾਂ ਦਾ ਹੀ ਮੰਨਣਾ ਕਿ ਉਸੇ ਨਾਲੇ ਗੱਲ ਬਣਨੀ ਹੈ, ਨਹੀਂ ਬਣਨੀ। ਔਰ ਇਹ ਬੀਜੇਪੀ ਦਾ ਵਰਕਰ, ਬੀਜੇਪੀ ਦਾ ਲੀਡਰ ਵੀ ਜਾਣਦਾ ਕਿ ਕੱਲਿਆਂ ਦਾ ਨਹੀਂ ਸਾਡਾ ਵੀ ਕੁਝ ਬਣਨਾ। ਹੁਣ ਸਵਾਲ ਇਹ ਹੈ ਕਿ ਸੱਤਾ ਲਾਲਚ ਲਈ, ਕੁਰਸੀ ਦੇ ਲਾਲਚ ਦੇ ਲਈ ਕੀ ਸਾਡੇ ਆਗੂ ਨਤੀਸ਼ ਕੁਮਾਰ ਵੀ ਬਣਨ ਨੂੰ ਤਿਆਰ ਨੇ ਕਿ ਇੱਕ ਵਾਰ ਬਣਾ ਦੂ ਜੀ, ਬਾਅਦ ਚੋਂ ਚਾਹੇ ਰਾਸਵਾਈ ਭੇਜ ਦਿਓ, ਤੁਹਾਨੂੰ ਦੇ ਦਾਂਗੇ ਕੁਰਸੀ। ਸਹੀ ਹੈ, ਬਿਲਕੁਲ ਕੋਈ ਸ਼ੱਕ। ਕਿਉਂਕਿ ਬੀਜੇਪੀ ਤਾਂ ਇਹ ਦੋ ਚੀਜ਼ਾਂ ਨੋਟ ਕਰਨ ਵਾਲੀਆਂ ਨੇ। ਇੱਕ ਤਾਂ ਇਹ ਕਿ ਜਿਹੜੇ ਸੂਬੇ 'ਚ ਬੀਜੇਪੀ ਜਾਂਦੀ ਹੈ ਉੱਥੋਂ ਦੀ ਖੇਤਰੀ ਪਾਰਟੀ ਨੂੰ ਖਾ ਜਾਂਦੀ ਹੈ। ਦੂਸਰਾ, ਉਹ ਹਮੇਸ਼ਾ ਛੋਟਾ ਰੋਲ 'ਚ ਜਾਂਦੀ ਆ ਤੇ ਬਾਅਦ 'ਚ ਉਹਦਾ ਟੀਚਾ ਇੱਥੋਂ ਤੱਕ ਹੁੰਦਾ ਕਿ ਇੱਕ ਵਾਰ ਆਪਾਂ ਆਪਣਾ ਮੁੱਖ ਮੰਤਰੀ ਬਣਾਉਣਾ, ਆਪਣੇ ਕੰਟਰੋਲ 'ਚ ਲੈਣਾ ਸੂਬਾ ਸਿੱਧਾ। ਸਹੀ ਹੈ। ਅਕਾਲੀ ਦਲ ਦੀ ਵਿਚਾਰਧਾਰਾ ਬੀਜੇਪੀ ਦੀ ਵਿਚਾਰਧਾਰਾ ਨਾਲ ਕਿਤੇ ਮੇਲ ਨਹੀਂ ਖਾਂਦੀ। ਸਹੀ ਹੈ। ਪੰਜਾਬ ਦੀ ਸੱਭਿਅਤਾ RSS ਦੀ ਸੱਭਿਅਤਾ ਨਾਲ ਕਿਤੇ ਮੇਲ ਨਹੀਂ ਖਾਂਦੀ।
ਪਰ ਜਿਨ੍ਹਾਂ ਦੀ ਮੇਲ ਖਾਂਦੀ ਸੀ ਵਿਚਾਰਕ ਤੌਰ ਦੇ ਉੱਤੇ ਉਹ ਸੀ ਸ਼ਿਵ ਸੈਨਾ ਵਾਲੇ ਮਹਾਰਾਸ਼ਟਰ ਦੇ ਵਿੱਚ। ਤੇ ਜਦੋਂ ਇਹਨਾਂ ਨੇ ਆਪਣੀ ਵਿਚਾਰਧਾਰਾ ਵਾਲਿਆਂ ਨੂੰ ਨਹੀਂ ਬਖਸ਼ਿਆ ਤੇ ਤੁਸੀਂ ਕਿਹੜੀ ਵਾਗ ਦੀ ਮੂਲੀ ਹੋ? ਸਹੀ ਹੈ, ਸਹੀ ਹੈ। ਹਰਿਆਣਾ ਦੇ ਵਿੱਚ ਦਾਦਾ ਹੀ ਨਹੀਂ ਖਾਧਾ, ਪੋਤਾ ਵੀ ਖਾ ਲਿਆ। ਚਟਾਲਿਆਂ ਤੋਂ ਲੈ ਕੇ ਚਟਾਲਿਆਂ ਦੀ ਪੋਤੇ ਤੱਕ ਦੀ ਪਾਰਟੀ ਨੂੰ ਕਿੱਥੇ ਲਿਆਏ ਤੁਸੀਂ, ਇੱਥੋਂ ਅੰਦਾਜ਼ਾ ਲਾ ਲਓ। ਤੋ ਇਸ ਲਈ ਮਤਲਬ ਕਿ ਇਹ ਬਹੁਤ ਉਦਾਹਰਨਾਂ ਨੇ ਜੀ ਬੀਜੇਪੀ ਬਾਰੇ। ਨਤੀਸ਼ ਵਾਲਾ ਤਾਜ਼ਾ ਕਾਂਡ ਸਭ ਦੇ ਸਾਹਮਣੇ ਆ ਕਿ ਪਤਾ ਨਹੀਂ ਭਾਈ ਬੰਦਾ ਕਮਲਾ ਹੋ ਗਿਆ ਕਿ ਕਮਲਾ ਕਰਤਾ ਕੀ ਕਰਤਾ। ਹੁਣ ਅਗਲੇ ਕਹਿੰਦੇ ਕਿ ਹੈ ਨਾ ਲੈ ਗਏ ਅਗਲੇ ਝੂਕੇ। ਜੀ ਜੀ। ਹੁਣ ਇੱਥੇ ਵੀ ਇਹੀ ਸਥਿਤੀ ਆ, ਪਰ ਕੱਲੀ ਸਥਿਤੀ ਇਹ ਨਹੀਂ ਕਿ ਦੋਵੇਂ ਅਕਾਲੀ ਦਲ ਜਾਣ ਲਈ ਤਿਆਰ ਨੇ ਜੀ। ਸਵਾਲ ਤਾਂ ਇਹ ਤੋਂ ਅਗਲਾ ਹੈ ਕਿ ਜਿਹੜਾ ਇੱਕ ਵੱਖਰੀ ਲੀਕ ਖਿੱਚ ਕੇ ਪੰਥਕ ਤੌਰ ਤੇ ਦਿਖ ਰਿਹਾ ਹੈ ਉਹ ਅਕਾਲੀ ਦਲ ਜੇ ਨਾਲ ਨਹੀਂ ਵੀ ਜਾਊਗਾ ਤਾਂ ਵੀ ਕਿਤੇ ਟੂਲ ਬਣ ਕੇ ਵਰਤ ਤਾਂ ਨਹੀਂ ਲਿਆ ਜਾਊਗਾ। ਇਹ ਸਵਾਲ ਵੀ ਪੰਜਾਬ 'ਚ ਖੁੱਲ੍ਹੇਆਮ ਚਰਚਾ ਦੇ ਵਿੱਚ। ਸਹੀ। ਅੰਮ੍ਰਿਤਪਾਲ ਸਿੰਘ ਹੋਰਾਂ ਤੇ NSA ਖਤਮ ਹੋਇਆ, ਉਹਨਾਂ ਨੂੰ ਹੁਣ ਥਾਣੇ ਵਾਲੇ ਮਾਮਲੇ 'ਚ ਜਨਾਲਾ ਥਾਣੇ ਵਾਲੇ ਮਾਮਲੇ ਦੇ ਵਿੱਚ ਉੱਥੋਂ ਹੀ ਵੀਡੀਓ ਕਾਨਫਰੰਸ ਨੇ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲੈ ਲਿਆ, ਡਿਬਰੂਗੜ੍ਹ ਜੇਲ੍ਹ ਰੱਖ ਲਿਆ, ਉੱਥੋਂ ਹੀ ਪੁੱਛਗਿੱਛ ਕਰੂਗੀ ਜੀ ਪੰਜਾਬ ਪੁਲਿਸ ਇਹ ਸਾਰਾ ਕੁਛ। ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸਾਰੀ ਕਾਰਵਾਈ ਤਾਂ ਅਦਾਲਤੀ ਪ੍ਰਕਿਰਿਆ ਤਹਿਤ ਪੁਲਿਸ ਕਰ ਰਹੀ ਹੈ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸਾਰੀ ਕਾਰਵਾਈ ਤਾਂ ਅੰਮ੍ਰਿਤਸਰ ਦਾ SSP ਤੇ DC ਦੀਆਂ ਚਿੱਠੀਆਂ ਦੇ ਆਧਾਰ ਤੇ ਹੋ ਰਿਹਾ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਕੇਜਰੀਵਾਲ ਕਰ ਰਹੇ ਨੇ, ਤਾਂ ਇਹਦਾ ਮਤਲਬ ਅਸੀਂ ਸਮਝ ਤੋਂ ਹਕੀਕਤ ਤੋਂ ਬਹੁਤ ਦੂਰ ਆ। ਬਿਲਕੁਲ, ਕੋਈ ਸ਼ੱਕ ਨਹੀਂ। ਫੜਨ ਤੋਂ ਲੈ ਕੇ NSA ਲਾਉਣ ਤੋਂ ਲੈ ਕੇ ਡਿਬਰੂਗੜ੍ਹ ਲਿਜਾਣ ਤੱਕ ਅਮਿਤ ਸ਼ਾਹ ਜੀ ਸੀ। NSA ਹਟਾਉਣ ਤੋਂ ਲੈ ਕੇ ਆ ਜਨਾਲਾ ਮਾਮਲੇ ਦੇ ਵਿੱਚ ਡਿਬਰੂਗੜ੍ਹ ਜੇਲ੍ਹ 'ਚ ਰੱਖਣ ਦੇ ਲਈ ਅਮਿਤ ਸ਼ਾਹ ਜੀ ਨੇ। ਫਿਰ ਭਗਵੰਤ ਮਾਨ ਤੇ ਕੇਜਰੀਵਾਲ ਜਾਂ ਪੁਲਿਸ ਦੀ ਕੀ ਮਜਾਲ? ਜਿੱਦਣ ਅਮਿਤ ਸ਼ਾਹ ਚਾਹਣਗੇ ਉਦਣ ਅੰਮ੍ਰਿਤਪਾਲ ਪੰਜਾਬ ਤੋਂ ਬਾਹਰ ਹੈ, ਜਿੱਦਣ ਅਮਿਤ ਸ਼ਾਹ ਚਾਹੂਗਾ ਉਦਣ ਅੰਮ੍ਰਿਤਪਾਲ ਸਿੰਘ ਪੰਜਾਬ 'ਚ। ਸਹੀ ਹੈ। ਵਿਚਰੇ ਚਾਹੇ ਉਹ ਆਪਣੀ ਵਿਚਾਰਧਾਰਾ ਨਾਲ ਆਪਣੀ ਪਾਰਟੀ ਦੇ ਪਲੇਟਫਾਰਮ ਤੇ ਹੈਨਾ, ਪਰ ਕੀ ਇਹ ਇੱਕ ਬੜੀ ਪਿੱਛੇ ਦੀ ਰਣਨੀਤੀ ਹੈ ਕਿ ਆਪਾਂ ਆਪਣੇ ਹਿਸਾਬ ਨਾਲ ਵਰਤ ਲੈਣਾ? ਸਹੀ ਹੈ। ਜਿੰਨੀਆਂ ਤਰ੍ਹਾਂ ਸਿੱਖ ਭਾਈਚਾਰੇ ਚੋਂ ਜਨਮਣਗੀਆਂ ਜਾਂ ਜਿੰਨਾ ਵੰਡ ਸਿੱਖ ਭਾਈਚਾਰੇ ਦਾ ਹੋਊਗਾ ਉਨੀ ਵੋਟ ਵੰਡ ਦਾ ਬੀਜੇਪੀ ਫਾਇਦਾ ਦੇਖਣਾ ਚਾਹੁੰਦੀ ਹੈ। ਸਹੀ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਰਾਜਪਾਲ ਇਹ ਗੱਲ ਪ੍ਰਚਾਰ ਰਹੇ ਨੇ ਕਿ ਜੀ ਮੈਂ ਖਰੜਾ ਪਹਿਲਾਂ ਪੜ੍ਹ ਲਿਆ ਸੀ, ਮੈਂ ਤਾਂ ਮੋਹਰ ਲਾਈ ਆ ਨਵੇਂ ਕਾਨੂੰਨ ਦੇ ਉੱਤੇ ਬੇਅਦਬੀ ਰੋਕਣ ਵਾਲੇ ਤੇ। ਹਾਂਜੀ। ਕਮਾਲ ਹੈ। ਇਹ ਰਾਜਪਾਲ ਦਾ ਖਰੜਾ ਪੜ੍ਹਾ ਸਕਦੇ ਨੇ ਸਿੱਖ ਸੰਸਥਾਵਾਂ ਨੂੰ, ਸਿੱਖ ਨੁਮਾਇੰਦਿਆਂ ਨੂੰ, ਸਿੱਖ ਬੁੱਧੀਜੀਵੀਆਂ ਨੂੰ, ਸਿੱਖ ਰਾਜਨੀਤਿਕ ਦਲਾਂ ਨੂੰ, SGPC ਨੂੰ, ਜਥੇਦਾਰ ਸਾਹਿਬਾਨ ਨੂੰ, ਉਹਨਾਂ ਨੂੰ ਖਰੜਾ ਨਹੀਂ ਪੜ੍ਹਨ ਦੇ ਸਕਦੇ। ਸਹੀ ਹੈ। ਫਿਰ ਰਾਜਪਾਲ ਨੇ ਪੜ੍ਹਿਆ ਕਿ ਅਮਿਤ ਸ਼ਾਹ ਨੇ ਉਂਗਲ ਰੱਖ ਕੇ ਪੜ੍ਹਾਤਾ ਕਿ ਹਾਂ ਬਸ ਮੈਂ ਕਹਿਤਾ ਤੇ ਮੋਹਰ ਲਾ ਦੇ। ਤੋ ਇੱਥੇ ਵੀ ਉਹ ਸਿੱਖ ਕੌਮ ਦੀ ਵਰਗ ਵੰਡ ਦੇਖਦੇ ਆ। ਸਹੀ ਹੈ। ਤੋ ਇਸ ਲਈ ਇੱਕ ਉਹ ਜਿਵੇਂ ਯਾਦ ਹੈ ਚਰਨਜੀਤ ਚੰਨੀ ਦੇ ਟਾਈਮ ਕਿ ਚੰਨੀ ਜੀ ਨੇ ਆਉਂਦੇ ਹੀ ਕਿਹਾ ਕਿ ਵੀ ਆ ਮਾਈਨਿੰਗ ਵਾਲਾ ਨਾ ਕੋਈ ਮੇਰੇ ਕੋਲ ਆਇਓ। ਹਾਂਜੀ ਯਾਦ ਹੈ। ਤੇ ਕਹਿੰਦੇ ਉਸੇ ਰਾਤ ਮਾਈਨਿੰਗ ਵਾਲਿਆਂ ਦੀ ਮੀਟਿੰਗ ਕੀਤੀ ਵੀ ਆਪਾਂ ਨੂੰ ਮੀਟਿੰਗ ਲਈ ਬੁਲਾ। ਉਹਨਾਂ ਨੇ ਹੱਥੇ ਦੇ ਲਾਏ ਜੀ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦਿਆਂ ਹੀ ਚੋਪਰ ਉਡਾਇਆ ਮਾਈਨਿੰਗ ਸਾਈਟਾਂ ਤੇ। ਹਾਂਜੀ। ਤੇ ਹਲਚਲ ਮਚ ਗਈ, ਟਰੈਲੀਆਂ ਕੈਂਟਰ ਸਭ ਕੁਝ ਛੱਡ ਕੇ, ਮਸ਼ੀਨਾਂ ਛੱਡ ਕੇ JCB ਭੱਜ ਗਏ। ਪਰ 30 ਦਿਨ ਤੋਂ ਕੰਮ ਇੰਨੀ ਸਮੂਥ ਚੱਲਿਆ ਕਿ ਮੁੜ ਕੇ ਕਦੇ ਰੁਕਿਆ ਹੀ ਨਹੀਂ। ਸੋ ਕੀ ਇਹ ਆਫਰ ਹੁੰਦੀਆਂ ਨੇ? ਸਹੀ ਹੈ। ਇਹ ਨਿਤਿਨ ਨਵੀਨ ਜੀ ਨੇ ਆਫਰ ਦਿੱਤੀ ਹੈ ਅਕਾਲੀ ਦਲਾਂ ਨੂੰ ਕਿ ਆ ਜਾਓ ਭਾਈ ਜੇ ਗੱਠਜੋੜ ਕਰਨਾ ਹੈ, ਅਸੀਂ ਦੇਖਾਂਗੇ ਕਿਹਦੀ ਝੋਲੀ 'ਚ ਕਿੰਨੇ ਦਾਣੇ ਨੇ। ਹੁਣ ਤੱਕੜੀ ਉਹਨਾਂ ਦੀ ਤੋਲੂਗੀ ਕਿ ਹਾਂ ਕਿਹਨੂੰ ਲੈਣਾ ਕਿਹਨੂੰ ਨਹੀਂ ਲੈਣਾ। ਉਹ ਦੋਵਾਂ ਨੂੰ ਬਾਲ ਵਾਂਗ ਉਛਾਲ ਰਹੇ ਨੇ। ਸਹੀ ਹੈ। ਤੇ ਉਹਦੇ ਵਿੱਚ ਉਹ ਡਿਸਾਈਡ ਕਰਨਗੇ। ਸੋ ਇਸ ਲਈ ਅਜੇ ਬਹੁਤ ਕੁਝ ਹੋਣਾ। ਕਈ ਗੱਠਜੋੜ ਉਵੇਂ ਹੀ ਹੁੰਦੇ ਨੇ ਜਿਵੇਂ ਅਕਾਲੀ BJP ਦਾ ਸੀਗਾ ਕਿ ਇਕੱਠਿਆਂ ਲੜਾਂਗੇ ਸੀਟਾਂ ਵੰਡ ਕੇ। ਕਈ ਗੱਠਜੋੜ ਪੜਦੇ ਦੇ ਪਿੱਛੋਂ ਹੁੰਦੇ ਨੇ, ਸੀਟਾਂ ਦੀ ਵੰਡ ਵੀ ਹੋ ਜਾਂਦੀ ਹੈ ਪਰ ਗੱਠਜੋੜ ਦਾ ਐਲਾਨ ਵੀ ਨਹੀਂ ਹੁੰਦਾ। ਜਾਂ ਕਈ ਵਾਰ ਚੋਣਾਂ ਜਿੱਤਣ ਤੋਂ ਬਾਅਦ ਵੀ ਗੱਠਜੋੜ ਹੁੰਦੇ ਨੇ। ਇਸ ਲਈ ਕੌਣ ਕਿਹਦੇ ਨਾਲ ਜਾਊਗਾ ਇਹਦਾ ਸਮਾਂ ਤੈਅ ਕਰੂਗਾ। ਪਰ ਇਹਦੇ ਪਿੱਛੇ ਵੀ ਬਹੁਤ ਗਹਿਰੇ ਅਰਥ ਨੇ। ਇਹ ਕੱਲੀ ਨਾ ਨਹੀਂ ਗੀ ਗੱਠਜੋੜ ਨੂੰ। ਬਿਲਕੁਲ, ਜਿਹੜੀ ਤੁਸੀਂ ਅਖੀਰ ਤੇ ਗੱਲ ਕੀਤੀ ਹੈ ਨਾ, ਕਈ ਵਾਰੀ ਤੁਸੀਂ ਬਾਰਗੇਨਿੰਗ ਪਾਵਰ ਵੀ ਵਧਾਉਣੀ ਹੁੰਦੀ ਹੈ ਨਾ। ਤੁਸੀਂ ਆਪਣੀ ਬਾਰਗੇਨਿੰਗ ਦੇ ਵਿੱਚ ਆਪਣੀ ਗੱਲ ਤਾਂ ਰੱਖਣ ਵਾਸਤੇ ਤੁਸੀਂ ਉਹਦੇ ਵਿੱਚ ਭੱਜਣ ਦਾ ਵੀ ਇੱਕ ਵਾਰੀ ਨਾਟਕ ਢੋਂਗ ਕਰਦੇ ਹੋ। ਤੇ ਗੱਠਜੋੜ ਬਿਲਕੁਲ ਇੱਕ ਗੱਲ ਤੁਸੀਂ ਹੋਰ ਵੀ ਕਹਿਣੇ ਹੁੰਦੇ ਵੀ ਗੱਠਜੋੜ ਐਲਾਨੀਆਂ ਨਹੀਂ ਹੁੰਦੇ, ਗੱਠਜੋੜ ਅਣਐਲਾਨੀਆਂ ਵੀ ਗੱਠਜੋੜ ਕਈ ਵਾਰੀ ਹੋ ਜਾਂਦੇ ਨੇ।
ਅਗਲੀ ਗੱਲ ਕਰੀਏ ਪੁਨਰ ਸੁਰਜੀਤ ਦੀ, ਜਿਨ੍ਹਾਂ ਦੇ ਵਿੱਚ ਤੁਸੀਂ ਹੁਣ ਵੀ ਜ਼ਿਕਰ ਕੀਤਾ ਸੀ ਇੱਕ ਧਿਰ ਦਾ ਵਿਜ਼ਨ ਡਾਕੂਮੈਂਟ ਇਹਨਾਂ ਨੇ ਦੱਸਿਆ ਲੋਕਾਂ ਨੂੰ ਜਾਰੀ ਕੀਤਾ, ਉਹਦੇ ਚ ਕਿੰਨਾ ਕੁ ਵਿਜ਼ਨ ਨਜ਼ਰ ਆਉਂਦਾ ਜੀ? ਦੇਖੋ, ਪੁਨਰ ਸੁਰਜੀਤ ਅਕਾਲੀ ਦਲ 2 ਦਸੰਬਰ ਦੇ ਹੁਕਮਨਾਮਿਆਂ ਦੇ ਆਧਾਰ ਲੈ ਕੇ ਸਾਹਮਣੇ ਆਇਆ ਜੀ। ਤੇ ਇਹ ਵੱਖਰੀ ਗੱਲ ਹੈ ਕਿ ਉਹ ਬਾਅਦ ਚੋਂ ਸਾਰਾ ਕੁਝ ਖਿੰਡਦਾ ਦਿਖਿਆ, ਖਿਲਰਦਾ ਦਿਖਿਆ, ਵਾਪਸ ਮੁੜਦੇ ਦਿਖੇ ਕਈ ਲੀਡਰ। ਫਿਰ ਤਾਲਮੇਲ ਕਮੇਟੀ ਬਣੀ, ਫਿਰ ਵਾਰਸ ਪੰਜਾਬ ਦੇ ਨਾਲ ਗੱਠਜੋੜ ਦਾ ਪਹਿਲੂ ਆਇਆ। ਉੱਥੇ ਵੀ ਅਜੇ ਸੀਐਮ ਦੇ ਚਿਹਰੇ ਨੂੰ ਲੈ ਕੇ ਦੁਵਿਧਾ, ਉਹ ਕਹਿੰਦੇ ਸਾਡਾ ਸੀਐਮ ਦਾ ਚਿਹਰਾ ਅਮਰਪਾਲ ਸਿੰਘ ਹੀ ਹੋਣਗੇ, ਇਹ ਕਹਿੰਦੇ ਨਾ ਐਮਐਲਏ ਤੈਅ ਕਰਨਗੇ, ਜਦੋਂ ਕਿ ਸੱਚਾਈ ਤਾਂ ਹੈ ਕਿ ਉਹ ਘਰ ਤਾਂ ਬਹੁਤ ਦੂਰ ਹੈ ਜੀ ਦੋਵਾਂ ਧਿਰਾਂ ਲਈ। ਬਿਲਕੁਲ, ਪਰ ਠੀਕ ਹੈ, ਜਦੋਂ ਤੁਸੀਂ ਰਾਜਨੀਤੀ ਕਰਨੀ ਹੁੰਦੀ ਹੈ ਤਾਂ ਤੁਸੀਂ ਇਹ ਨੈਰੇਟਿਵ ਸਿਰਜ ਕੇ ਵੀ ਰੱਖਣਾ ਹੁੰਦਾ। ਪਰ ਜਿਸ ਦਿਨ ਪੁਨਰ ਸੁਰਜੀਤ ਅਕਾਲੀ ਦਲ ਜਨਮਿਆ ਸੀ, ਉਸ ਦਿਨ ਇਹਨਾਂ ਨੇ ਕੁਝ ਨੁਕਤੇ ਜਿਹੜੇ ਸਾਹਮਣੇ ਲਿਆਉਂਦੇ ਸੀ, ਉਹਨਾਂ ਨੁਕਤਿਆਂ ਦੇ ਆਧਾਰ ਤੇ ਇੱਕ ਵਿਜ਼ਨ ਡਾਕੂਮੈਂਟ ਦੀ ਗੱਲ ਕੀਤੀ ਸੀ, ਜਿਹਨੂੰ ਆਉਂਦੇ ਆਉਂਦੇ ਬਹੁਤ ਦੇਰ ਕਰਤੀ, ਬੜੀ ਦੇਰ ਬਾਅਦ ਆਇਆ। ਪਰ ਹੁਣ ਇਸ ਵਿਜ਼ਨ ਡਾਕੂਮੈਂਟ ਦੀ ਚਰਚਾ ਜ਼ਰੂਰ ਹੈ। ਇਸ ਨੂੰ ਐਲਾਨਦਿਆਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਗੱਲ ਕਿਹਾ ਕਿ ਅੱਜ ਦੀ ਤਰੀਕ 'ਚ ਕੋਈ ਵੀ ਖੇਤਰੀ ਪਾਰਟੀ ਆਪਣੇ ਦਮ ਦੇ ਉੱਤੇ ਕੇਂਦਰ ਦੇ ਸਹਿਯੋਗ ਤੋਂ ਬਿਨਾਂ ਸਰਕਾਰ ਨਹੀਂ ਚਲਾ ਸਕਦੀ। ਇਹ ਵੀ ਇਸ਼ਾਰਾ ਉਧਰ ਹੀ ਜਾਂਦਾ ਕਿ ਅਸੀਂ ਗੱਠਜੋੜ ਦੀ ਇੱਛਾ ਰੱਖਦੇ ਹਾਂ, ਹਨਾ। ਸਹੀ ਹੈ। ਸੋ ਇਸ ਲਈ ਇਹ ਤਾਂ ਸਪਸ਼ਟ ਹੈ। ਫਿਰ ਤੁਸੀਂ ਵਿਜ਼ਨ ਡਾਕੂਮੈਂਟ ਦੇ ਵਿੱਚ ਗੱਲ ਕਰ ਰਹੇ ਹੋ ਸਰਬੱਤ ਦੇ ਭਲੇ ਦੀ ਤੇ ਪੰਥ ਦੇ ਬੋਲਬਾਲੇ ਦੀ, ਤਾਂ ਹੁਣ ਇਹ ਦੋਏ ਗੱਲਾਂ ਜੇ ਕੇਂਦਰ ਨਾਲ ਜਾਣਾ ਤਾਂ ਕਿਵੇਂ ਸੱਚ ਸਾਬਤ ਹੋਣਗੀਆਂ? ਉਹਨਾਂ ਦੇ ਵਿਜ਼ਨ 'ਚ ਤਾਂ ਸਭ ਦਾ ਭਲਾ ਨਹੀਂ ਹੈ, ਉਹ ਤਾਂ ਕੈਟਾਗਰੀ ਕਰਕੇ ਰੱਖਦੇ ਨੇ, ਧਰਮ ਦੀ, ਜਾਤ ਦੀ, ਵੰਡ ਦੀ। ਸਹੀ। ਤੇ ਪੰਥ ਦੇ ਬੋਲਬਾਲੇ ਦੇ ਵਿੱਚ ਉਹ ਤਾਂ ਕੰਟਰੋਲ ਕਰਨ ਨੂੰ ਫਿਰਦੇ ਨੇ, ਘੱਟ ਗਿਣਤੀਆਂ। ਤੇ ਫਿਰ ਇਹ ਕਿਵੇਂ ਉੱਥੇ ਲਾਗੂ ਹੋਏਗਾ? ਪਰ ਤਾਂ ਵੀ ਅਜੇ ਕੋਈ ਗੱਠਜੋੜ ਨਹੀਂ ਹੋਇਆ, ਇਸ ਲਈ ਆਪਾਂ ਅਜੇ ਇਹ ਗੱਲਾਂ ਕਿਉਂ ਕਰੀਏ? ਆਪਾਂ ਗੱਲ ਕਰੀਏ ਕਿ ਉਹਨਾਂ ਦਾ ਵਿਜ਼ਨ ਡਾਕੂਮੈਂਟ। ਵਿਜ਼ਨ ਡਾਕੂਮੈਂਟ ਦੇ ਵਿੱਚ ਚੰਗੀ ਗੱਲ ਹੈ, ਉਹ ਕਹਿੰਦੇ 45% ਟਿਕਟਾਂ ਨੌਜਵਾਨਾਂ ਨੂੰ ਦੇਵਾਂਗੇ। ਇਹ 33% ਦੀ ਗੱਲ ਕਰਦੇ ਨੇ, ਅਸੀਂ ਬੀਬੀਆਂ ਨੂੰ 35% ਦੇਵਾਂਗੇ ਜੀ। ਪਰ ਸਮੁੱਚੇ ਵਿਜ਼ਨ ਡਾਕੂਮੈਂਟ 'ਚ 3 ਝਲਕਾਰੇ। ਇੱਕ ਝਲਕਾਰਾ ਉਹ ਜਿਹੜਾ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਬੀਜੇਪੀ ਨਾਲ ਸਿੱਧੇ ਰੂਪ 'ਚ, ਖਾਸ ਕਰਕੇ 1997-98 ਦੇ ਦੌਰ 'ਚ ਵਾਜਪਾਈ ਦੇ ਨਾਲ ਜਾਣਾ ਹੈ ਨਾ, ਉੱਥੋਂ ਜਿਹੜਾ ਰੂਪ ਬਦਲਿਆ। ਅਕਾਲੀ ਦਲ ਬਾਦਲ ਨੇ ਜਦੋਂ ਉੱਥੋਂ ਮੋੜ ਕੱਟਿਆ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ, ਫਲਸਫਾ, ਜੋ ਵਿਚਾਰਧਾਰਾ ਉੱਥੇ ਛੱਡਤੀ ਸੀ, ਸਹੀ ਹੈ, ਉੱਥੋਂ ਹੀ ਪੁਨਰ ਸੁਰਜੀਤ ਨੇ ਵਿਜ਼ਨ ਡਾਕੂਮੈਂਟ 'ਚ ਫੜੀ ਹੈ। ਠੀਕ ਹੈ। ਸੋ ਇੱਕ ਝਲਕਾਰਾ ਇਹ ਆ ਕਿ ਉਹ ਸਾਰਾ ਜੋ ਤੁਰਿਆ ਆਉਂਦਾ ਸੀ ਅਕਾਲੀ ਦਲ ਦਾ ਇੱਕ ਰੋਹ ਰੀਤ, ਉਸ ਨੂੰ ਮਤਲਬ ਕਿ ਅਗਾਂਹ ਤੁਰਨ ਦਾ ਇੱਕ ਸੰਕੇਤ ਦਿੱਤਾ। ਦੂਸਰਾ ਝਲਕਾਰਾ ਲੈ ਦੇ ਕੇ ਸਮੁੱਚਾ ਝੁੰਦਾ ਕਮੇਟੀ ਦੀ ਰਿਪੋਰਟ ਹੈ। ਠੀਕ ਹੈ। ਜਿਹੜੀ ਰਿਪੋਰਟ ਨੂੰ ਸੁਖਬੀਰ ਬਾਦਲ ਨੇ ਐਲਾਨ ਕੇ, ਪੜ੍ਹ ਕੇ, ਸੁਣ ਕੇ, ਹਾਮੀ ਭਰ ਕੇ ਵੀ ਛੱਡਤਾ, ਤੇ ਉਹ ਰਿਪੋਰਟ ਹੀ ਨਹੀਂ ਛੱਡੀ, ਝੁੰਦਾ ਸਾਹਿਬ ਵੀ ਨਾਲੇ ਛੱਡੋਗੇ ਫਿਰ। ਤੇ ਉਹ ਵਿਚਾਰੇ ਦਿਲ ਤੇ ਤਾਂ ਲੈ ਕੇ ਜਾਂਦਾ ਨਾ ਬੰਦਾ ਕਿ ਮੈਂ ਇੰਨੀ ਮਿਹਨਤ ਕੀਤੀ, ਮੈਂ ਤਾਂ ਇਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਮਿਹਨਤ ਕੀਤੀ ਸੀ, ਗੱਲਾਂ ਵੀ ਸੁਣੀਆਂ ਲੋਕਾਂ ਦੀਆਂ। ਠੀਕ ਹੈ। ਤੇ ਉਹ ਇਸ ਲਈ ਲਗਭਗ ਉਹ ਸਾਰੀ ਇਹਦੇ ਵਿੱਚ ਸ਼ਾਮਲ ਹੈ। ਤੀਸਰਾ ਇਹਦੇ ਵਿੱਚ ਤਾਜ਼ੇ ਐਪੀਸੋਡ ਜੋ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਨੇ। ਠੀਕ ਹੈ ਜੀ। ਕਿ ਜੀ ਸਮੇਂ ਸਿਰ ਚੋਣ ਨਹੀਂ ਹੁੰਦੀ, ਉਹ ਨਹੀਂ ਹੁੰਦਾ। ਸੋ ਇਸ ਲਈ ਇਹਦੇ ਵਿੱਚ ਇਹ ਸਪਸ਼ਟ ਹੈ ਕਿ ਵੀ ਪ੍ਰਧਾਨ ਜਿਹੜਾ ਹੈਗਾ ਉਹ 2 ਵਾਰ ਤੋਂ ਵੱਧ ਨਹੀਂ ਰਹੂਗਾ। ਉਹੀ ਜਿਹੜੀ ਗੱਲ ਪਹਿਲਾਂ ਵੀ ਆਈ ਸੀ, ਪ੍ਰਧਾਨ ਚੋਣ ਨਹੀਂ ਲੜੂਗਾ, ਹੈ ਨਾ ਕੋਈ। ਤੇ ਇਸੇ ਤਰ੍ਹਾਂ ਜਿਹੜੇ ਧਾਰਮਿਕ ਖੇਤਰ ਐਜੀਪੀਸੀ ਚੋਣ ਲੜਨਗੇ, ਉਹ ਰਾਸੀ ਚੋਣ ਨਹੀਂ ਲੜਨਗੇ ਐਮਐਲਏ ਐਮਪੀ ਦੀ। ਜਿਹੜੇ ਐਮਐਲਏ ਐਮਪੀ ਦੀ ਚੋਣ ਲੜਨਗੇ ਉਧਰ ਨਹੀਂ ਜਾਣਗੇ, ਕੋਸ਼ਿਸ਼ ਹੋਏਗੀ ਪਰਿਵਾਰਾਂ ਚੋਂ ਇੱਕ ਟਿਕਟ। ਇਸ ਤਰ੍ਹਾਂ ਦੇ ਕੁਝ ਨੁਕਤੇ ਉਹ ਬਰਕਰਾਰ ਨੇ। ਸ਼੍ਰੋਮਣੀ ਕਮੇਟੀ ਦੀ ਚੋਣ ਹਰ 5 ਸਾਲ ਬਾਅਦ ਹੋਣੀ ਚਾਹੀਦੀ ਆ, ਹੈ ਨਾ। ਇਹਨਾਂ ਦੇ ਨੁਮਾਇੰਦਿਆਂ ਦਾ ਦਾਇਰਾ ਵਧਣਾ ਚਾਹੀਦਾ ਹੈ, ਸਪਸ਼ਟਤਾ ਹੋਣੀ ਚਾਹੀਦੀ ਹੈ, ਕਈ ਪਹਿਲੂ ਹੈਗੇ ਨੇ ਜੀ। ਸੁਣੋ, ਸਾਰਾ ਕੁਝ ਲਾਗੂ ਕਰਨ ਦੇ ਲਈ ਭਾਰ ਚੱਲਣ ਵਾਲੀਆਂ ਲੱਤਾਂ ਚਾਹੀਦੀਆਂ। ਜਦੋਂ ਲਾਲਸਾ ਕੁਰਸੀ ਦੀ ਹੋਵੇ ਔਰ ਛੇਤੀ ਲੈਣ ਦੀ ਹੋਵੇ, ਸਹੀ ਹੈ, ਬਿਲਕੁਲ, ਫਿਰ ਸ਼ਾਰਟਕਟ ਅਪਣਾਉਣ ਵਾਲੇ ਲੀਡਰ ਲੰਬੇ ਰਾਹਾਂ ਤੇ ਕਿਵੇਂ ਪੈਂਡਾ ਤੈਅ ਕਰਨਗੇ? ਸਵਾਲ ਤਾਂ ਇਹ ਹੈ। ਸਹੀ ਹੈ। ਕਈ ਭੱਜਣ ਨੂੰ ਫਿਰਦੇ ਸੀ, ਹਾਂ, ਕਈ ਭੱਜ ਜਾਣਗੇ। ਹੋ ਸਕਦਾ ਹੈ ਵਿਜ਼ਨ ਡਾਕੂਮੈਂਟ ਕਰਕੇ ਕੁਝ ਦੇਰ ਕੁਝ ਰੁਕ ਜਾਣ, ਜਾਂ ਜਿਹੜਾ ਉਹ ਸਾਂਝਾ ਗੱਲ ਤੁਰੀ ਹੈ ਵਾਰਸ ਪੰਜਾਬ ਦੇ ਨਾਲ, ਉਹਦੇ ਕਾਰਨ ਕੁਝ ਲੀਡਰ ਰੁਕ ਜਾਣ। ਠੀਕ ਹੈ। ਇਸ ਵਿਜ਼ਨ ਦੇ ਵਿੱਚ ਵਿਜ਼ਨ ਤਾਂ ਦਿਖਦਾ, ਪਰ ਉਹਨੂੰ ਲਾਗੂ ਕਰਾਉਣ ਦਾ ਦਮ ਕਿੰਨਾ ਹੋਏਗਾ, ਇਹ ਦੇਖਣ ਵਾਲੀ ਗੱਲ ਹੈ। ਕਿਉਂਕਿ ਜਦੋਂ ਇਹ ਸ਼ੁਰੂ 'ਚ
ਆਪਣੀ ਕਾਰਜਕਾਰਨੀ ਆਪਣੀ ਟੀਮ ਲੈ ਕੇ ਤਾਂ ਉਹਦੇ ਵਿੱਚ ਬੜਾ ਸੰਖੇਪ ਸੀ, ਪਰ ਬਾਅਦ ਚੋਂ ਫਿਰ ਉਸੇ ਤਰ੍ਹਾਂ ਹੀ ਪ੍ਰਧਾਨ ਜੀ ਆਪ ਐਲਾਨੀ ਗਏ ਆ ਵੀ ਸ਼ਾਮਲ ਕਰ ਲਓ ਇਹਨੂੰ, ਇੱਥੇ ਕਰ ਲਓ ਉਹ ਕਰ ਲਓ, ਫਿਰ ਲਗਭਗ ਉਧਰ ਗੱਲ ਤੁਰ ਪਈ ਕੇ ਬੰਦੇ ਛੱਡ ਕੇ ਚਲੇ ਜਾਣਗੇ। ਐਡਜਸਟਮੈਂਟਾਂ ਜਦੋਂ ਸ਼ੁਰੂ ਹੋ ਜਾਂਦੀਆਂ ਫਿਰ ਸਿਧਾਂਤ ਪਿੱਛੇ ਰਹਿ ਜਾਂਦੇ ਆ। ਪਰ ਇੱਕ ਗੱਲ ਜ਼ਰੂਰ ਹੈ ਕਿ ਇਸ ਵਿਜ਼ਨ ਡਾਕੂਮੈਂਟ ਨੂੰ ਜੇ ਪੰਜਾਬ ਦੇ ਮੀਡੀਆ 'ਚ ਚਰਚਾ ਹੋ ਗਈ ਚੰਗੀ ਤਾਂ ਬਾਕੀ ਪਾਰਟੀਆਂ ਦੇ ਲਈ ਗਲੇ ਦੀ ਹੱਡੀ ਜ਼ਰੂਰ ਬਣ ਸਕਦਾ ਜੀ, ਬਾਕੀ ਦਲਾਂ ਲਈ ਜ਼ਰੂਰ ਮੁਸੀਬਤ ਹੋ ਸਕਦੀ ਹੈ। ਜਿਹੜੇ ਗਰੰਟੀਆਂ ਵਾਲੇ ਨੇ ਉਹਨਾਂ ਲਈ ਵੀ, ਤੇ ਜਿਹੜੇ ਦਾਅਵਿਆਂ ਵਾਅਦਿਆਂ ਵਾਲੇ ਨੇ ਉਹਨਾਂ ਲਈ ਵੀ, ਜਿਹੜੇ ਚੋਣ ਮੈਨੀਫੈਸਟੋ ਵਾਲੇ ਨੇ ਉਹਨਾਂ ਲਈ ਵੀ। ਸੋ ਜੇ ਇਹਦੀ ਗੱਲ ਗੰਭੀਰਤਾ ਨਾਲ ਸਾਡਾ ਮੀਡੀਆ ਤੋਰ ਲਵੇ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਸਾਰੇ ਰਾਜਨੀਤਿਕ ਦਲਾਂ ਨੂੰ ਵੋਟ ਤੁਹਾਨੂੰ ਕਿਉਂ ਪਾਈਏ ਇਹਦਾ ਜਵਾਬ ਦੇਣਾ ਪਊਗਾ। ਉਹਦੇ ਲਈ ਉਹਨਾਂ ਨੂੰ ਆਪਣਾ ਵਿਜ਼ਨ ਰੱਖਣਾ ਪਊਗਾ। ਤੇ ਮੈਂ ਤਾਂ ਅਜੇ ਵੀ ਕਹਿਣਾ ਕਿ ਜਦੋਂ ਤੱਕ ਇਹਨੂੰ ਕਾਨੂੰਨੀ ਰੂਪ ਨਹੀਂ ਮਿਲਦਾ ਤਦ ਤੱਕ ਇਹ ਸਵਾਲ ਰਹਿਣੇ ਆ। ਹਾਂ, ਜਿਹੜੇ ਬਹਾਨਾ ਭਾਲਦੇ ਆ ਕਿ ਬੀਬੀਆਂ ਨੂੰ ਅਸੀਂ ਤਾਂ 35%, 33%, 50% ਦੇਣ ਲਈ ਤਿਆਰ ਆ, ਪਰ ਉਹ ਕਾਨੂੰਨ ਨਹੀਂ ਬਣਨ ਦਿੱਤਾ ਜੀ। ਬੀਜੇਪੀ ਚੀਕਾਂ ਮਾਰਦੀ ਫਿਰਦੀ ਆ ਹੁਣ ਪੱਛਮੀ ਬੰਗਾਲ, ਤਾਮਿਲਨਾਡੂ ਜੀ ਕਿ ਇਹਨਾਂ ਨੇ ਬੀਬੀਆਂ ਨੂੰ ਕਾਨੂੰਨ ਨਹੀਂ ਬਣਨ ਦਿੱਤਾ ਜੀ। ਜਦੋਂ ਕਿ ਤੁਸੀਂ ਕਿਸੇ ਸਮੇਂ ਸੰਸਦ ਘੇਰਦੇ ਰਹੇ ਹੋ ਬੀਬੀਆਂ ਦੇ ਖਿਲਾਫ, ਜਦੋਂ ਹੱਕ 'ਚ ਗੱਲ ਆਉਂਦੀ ਸੀ, ਇਹ ਸਾਰਿਆਂ ਨੂੰ ਪਤਾ। ਤੇ ਹੁਣ ਤਾਂ ਇਹ ਕਾਨੂੰਨ ਪਹਿਲਾਂ ਦਾ ਪਾਸ ਹੋਇਆ 2023 ਦਾ, ਤੇ ਫਿਰ ਤੁਸੀਂ ਪਾਰਟੀ ਪੱਧਰ ਤੇ ਲਾਗੂ ਕਰ ਲਓ। ਉੱਥੇ ਕਿਉਂ ਉਡੀਕਦੇ ਹੋ? ਸਹੀ। ਜੇ ਇਹ ਪਾਰਟੀ ਕਹਿ ਸਕਦੀ ਅਸੀਂ 35% ਦੇਵਾਂਗੇ, ਤੁਸੀਂ ਸਾਰੇ ਹੀ ਕਹਿ ਲਓ। ਪਾਰਟੀ ਨੂੰ ਤਾਂ ਨਹੀਂ ਕਿਸੇ ਨੇ ਰੋਕਿਆ ਨਾ ਜੀ। ਸਹੀ ਹੈ, ਪਹਿਲ ਕਦਮੀ ਆਪਣੇ ਪੱਧਰ ਤੇ ਕਰ ਲਓ। ਇਸ ਲਈ ਉਸੇ ਤਰ੍ਹਾਂ ਵਿਜ਼ਨ ਲਾਗੂ ਕਰਨ ਤੋਂ ਕੋਈ ਨਹੀਂ ਰੋਕੂਗਾ, ਪਰ ਲੈ ਕੇ ਤਾਂ ਉਹ ਸ਼ਿੱਦਤ ਨਾਲ ਪਹਿਲਾਂ ਫਿਰ ਦੇਖਦੇ ਹਾਂ। ਜੀ ਬਿਲਕੁਲ ਸਹੀ ਹੈ। ਅਗਲੀ ਗੱਲ ਕਰੀਏ ਪੰਜਾਬ ਦੇ ਵਿੱਚ ਬਲੈਕਆਊਟ ਦੀ। ਸ਼ਰਮਾ ਜੀ, ਕੀ ਜੰਗ ਦੇ ਸਾਰ ਫਿਰ ਤੋਂ ਬਣ ਚੁੱਕੇ ਨੇ? ਦੇਖੋ, ਅੱਜ ਸਾਡੇ 24 ਅਪ੍ਰੈਲ ਦੀ ਸਵੇਰ ਚੜ੍ਹ ਗਈ ਆ। ਠੀਕ ਹੈ ਜੀ। ਜਿੱਦਾਂ ਹੀ 24 ਅਪ੍ਰੈਲ ਦੀ ਸ਼ਾਮ ਹੋਏਗੀ, ਰਾਤ ਢਲਣੀ ਸ਼ੁਰੂ ਹੋਏਗੀ, ਤਦ ਹੀ ਸਾਡੇ ਪੰਜਾਬ 'ਚ ਬਲੈਕਆਊਟ ਹੋਏਗਾ। ਅੱਜ ਸ਼ਾਮ ਨੂੰ 7:55 ਤੇ ਸਾਇਰਨ ਵੱਜਣਗੇ। ਇੱਕ ਬੀਪ ਜਿਹੜੀ ਹਾਈ ਤੇ ਲੋ ਸਪੀਡ 'ਚ ਜਾਏਗੀ, ਅਪ ਡਾਊਨ ਹੋਏਗੀ, ਤੇ ਉਹ 2 ਮਿੰਟ ਦੇ ਕਰੀਬ ਉਹ ਸਾਇਰਨ ਵੱਜਣੇ, ਤੇ ਉਸ ਤੋਂ ਬਾਅਦ ਪਾਵਰ ਗ੍ਰਿਡਾਂ ਤੋਂ ਪਾਵਰ ਬੰਦ ਹੋ ਜਾਣੀ ਹੈ ਜੀ। ਤੇ ਇਹਦੇ ਨਾਲ ਹੀ ਘਰਾਂ ਨੂੰ ਸਪਸ਼ਟ ਹਦਾਇਤ ਹੈ ਕਿ ਤੁਸੀਂ ਇਨਵਰਟਰ, ਜਨਰੇਟਰ ਇਹਦੇ ਰਾਹੀਂ ਵੀ ਲਾਈਟ ਨਹੀਂ ਜਗਾ ਸਕਦੇ। ਹੋਰ ਤਾਂ ਹੋਰ ਤੁਸੀਂ ਬੈਟਰੀ ਜਾਂ ਫੋਨ ਦੇ ਵਿੱਚ ਵੀ ਜਿਹੜੀ ਲਾਈਟ ਹੈ ਉਹਨੂੰ ਵੀ ਔਨ ਨਹੀਂ ਕਰ ਸਕਦੇ। ਠੀਕ ਹੈ ਜੀ। ਸੋ ਇਹ ਸਖਤ ਹਦਾਇਤ ਆ, ਪੂਰਨ ਬਲੈਕਆਊਟ ਇੱਕ ਤਰ੍ਹਾਂ ਨਾਲ। ਬੇਸ਼ੱਕ ਇਹ 15 ਮਿੰਟ ਦਾ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ ਰਾਤ ਦੇ 8:15 ਵਜੇ ਤੱਕ 15 ਮਿੰਟ ਲਈ ਬਲੈਕਆਊਟ ਆ। ਤੇ ਇਹਨੂੰ ਰਿਹਰਸਲ ਦਾ ਨਾਮ ਦਿੱਤਾ ਜਾ ਰਿਹਾ ਕਿ ਜਸਟ ਇੱਕ ਪ੍ਰੈਕਟਿਸ ਹੈ। ਪਰ ਇਹ ਦਿਨ ਕਿਹੜੇ ਨੇ? 22 ਅਪ੍ਰੈਲ ਨੂੰ ਜਦੋਂ ਪਹਿਲਗਾਮ ਵਾਲੀ ਉਹ ਘਟਨਾ ਵਾਪਰਦੀ ਹੈ। ਜੀ ਸਹੀ ਹੈ। ਤੇ ਉਸ ਤੋਂ ਬਾਅਦ ਫਿਰ 6-7 ਮਈ ਨੂੰ ਉਹ ਅਟੈਕ ਹੁੰਦਾ ਜਿਹਨੂੰ ਮਿਸ਼ਨ ਸੰਦੂਰ ਦਾ ਨਾਂ ਦਿੱਤਾ ਜਾਂਦਾ। ਉਸ ਦੌਰਾਨ ਪੰਜਾਬ 'ਚ ਡਰੋਨ ਹਮਲੇ, ਹੈ ਨਾ, ਕਈ ਥਾਵਾਂ ਤੇ ਗੋਲੇ, ਕਈ ਕੁਛ ਚੀਜ਼ਾਂ, ਹੈ ਨਾ, ਉਹ ਨੁਕਸਾਨਾ, ਕਿਸੇ ਘਰ ਤੇ, ਕਿਸੇ ਧਾਰਮਿਕ ਸਥਾਨ, ਕਿਤੇ ਕੁਛ, ਕਾਫੀ ਕੁਛ ਹਿਲਜੁਲ ਹੋਈ। ਏਅਰਵੇਜ਼ ਸਾਡਾ ਪਠਾਨਕੋਟ ਵਾਲਾ, ਹੈ ਨਾ, ਕਾਫੀ ਕੁਛ। ਤੇ ਉਹਨਾਂ ਦਿਨਾਂ ਨੂੰ ਹੀ ਤੁਸੀਂ ਪ੍ਰੈਕਟਿਕਲੀ ਚੁਣਦੇ ਹੋ, ਫਿਰ ਲੋਕ ਹੱਥ ਲਾ ਰਹੇ ਜੀ। ਜੇ ਰੂਟੀਨ 'ਚ ਕਾਰਵਾਈ ਹੁੰਦੀ ਫਿਰ ਵੱਖਰੀ ਗੱਲ ਸੀ, ਪਰ ਦਿਨ ਇਹ ਚੁਣਨੇ। ਔਰ ਉਸ ਸਮੇਂ ਜਦੋਂ ਪਾਕਿਸਤਾਨ ਇਹ ਕਹਿ ਰਿਹਾ ਹੋਵੇ ਕਿ ਅਸੀਂ ਜਿਹੜੀ ਉਹ ਹਵਾਈ ਪੱਟੀ ਵਰਤਣ ਤੋਂ ਰੋਕੀ, ਉਹਦੀ ਹੱਦ ਹੋਰ ਵਧਾ ਰਹੇ ਹਾਂ, ਭਾਰਤ ਸਾਡੀ ਹਵਾਈ ਪੱਟੀ ਨਹੀਂ ਵਰਤ ਸਕੂਗਾ। ਜਦੋਂ ਪਾਣੀ ਵਾਲਾ ਮਸਲਾ ਵਿਵਾਦ 'ਚ ਖੜਾ ਹੋਵੇ, ਜਦੋਂ ਅਮਰੀਕਾ ਇਰਾਨ ਵਾਲੀ ਭੂਮਿਕਾ 'ਚ ਪਾਕਿਸਤਾਨ ਵਿਚੋਲੇ 'ਚ ਹੋਵੇ, ਤੇ ਸਾਡੇ ਲਈ ਕਈ ਸਵਾਲ ਖੜੇ ਹੋਣ ਅੰਤਰਰਾਸ਼ਟਰੀ ਪੱਧਰ ਤੇ, ਉਸ ਸਮੇਂ ਤੇ ਇਹ ਸਭ ਦੇ ਦਰਮਿਆਨ ਹੀ ਇਹ ਪਹਿਲੂ ਕਿ ਮਿਸ਼ਨ ਸੰਦੂਰ ਸਸਪੈਂਡਡ ਮੋਡ 'ਚ ਹੈ, ਖਤਮ ਨਹੀਂ, ਰੱਦ ਨਹੀਂ। ਤੇ ਇਸ ਨੇ ਫਿਰ ਫਿਕਰ ਵਧਾਇਆ ਪੰਜਾਬੀਆਂ ਦਾ। ਸਰਹੱਦ ਤੇ ਬੈਠੇ ਆ ਜਨਾਬ, ਸਾਡੇ ਲਈ ਤਾਂ ਹਰ ਚੀਜ਼ ਮਤਲਬ ਫਿਰ ਚਿੰਤਾਜਨਕ ਹੁੰਦੀ ਹੈ। ਤੇ ਉਸ ਹਵਾਲੇ ਨਾਲ ਬੇਸ਼ੱਕ ਕਿਹਾ ਜਾ ਰਿਹਾ ਕਿ ਬਈ ਹਸਪਤਾਲਾਂ ਦੀ ਲਾਈਟ ਜਗਾਈ ਜਾ ਸਕਦੀ ਹੈ, ਉੱਥੇ ਜਨਰੇਟਰ, ਇਨਵਰਟਰ ਚਲਾਏ ਜਾ ਸਕਦੇ ਨੇ। ਇਹ ਤਾਂ ਇੱਕ ਮੌਕ ਡਰਿਲ ਹੈ ਨਾ। ਕੀ ਇਹ ਸੱਚਮੁੱਚ ਮੌਕ ਡਰਿਲ ਹੈ ਜਾਂ ਚੁੱਪ-ਚਾਪ ਫਿਰ ਕੁਛ ਹੋਣ ਜਾ ਰਿਹਾ? ਇਹ ਫਿਕਰ ਖੜਾ ਹੈ ਭਾਰਤੀਆਂ ਦੇ ਮਨਾਂ 'ਚ, ਖਾਸ ਕਰ ਪੰਜਾਬੀਆਂ ਦੇ ਮਨਾਂ 'ਚ। ਜੀ ਬਿਲਕੁਲ ਸਹੀ ਹੈ। ਤੇ ਸ਼ਰਮਾ ਜੀ, ਗੱਲ ਕਰੀਏ ਜਿਹੜਾ ਮਤਦਾਨ ਹੋਇਆ ਪੱਛਮੀ ਬੰਗਾਲ ਦੇ ਵਿੱਚ ਤੇ ਤਾਮਿਲਨਾਡੂ ਦੇ ਵਿੱਚ। ਪੱਛਮੀ ਬੰਗਾਲ ਦੇ ਵਿੱਚ 93% ਹੋਇਆ ਜੀ, ਤੇ ਤਾਮਿਲਨਾਡੂ ਦੇ ਵਿੱਚ 85% ਹੋਇਆ। 93% ਵਾਲੇ ਮਤਦਾਨ ਤੋਂ ਇਹ ਲੱਗਦਾ ਕਿ ਸ਼ਾਇਦ ਕਈ ਵਾਰੀ ਐਂਟੀ ਇਨਕਮੈਂਸੀ ਜਿਹੜੀ ਉਹਦੀ ਵੋਟ ਜ਼ਿਆਦਾ ਪੈਂਦੀ ਹੈ, ਤੇ ਸੱਤਾਧਾਰੀ ਧਿਰ ਨੂੰ ਅਕਸਰ ਇਹ ਗਿਣਿਆ ਜਾਂਦਾ ਕਿ ਇਹਦਾ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਜੀ। ਦੇਖੋ, 17 ਵਾਰ ਚੋਣਾਂ ਹੋ ਚੁੱਕੀਆਂ ਹੁਣ ਤੱਕ ਆਜ਼ਾਦ ਭਾਰਤ ਤੋਂ ਬਾਅਦ ਪੱਛਮੀ ਬੰਗਾਲ।
ਵਿੱਚ। ਠੀਕ ਹੈ ਜੀ। ਤੇ ਇਹ ਪਹਿਲੀ ਵਾਰ ਹੈ ਕਿ 90% ਤੋਂ ਉੱਪਰ ਵੋਟ ਪੋਲ ਹੋਈ ਹੋਵੇ, ਮਤਲਬ 93% ਦੇ ਕਰੀਬ। ਇਹ ਵਧਣ ਦਾ ਇਜ਼ਾਫਾ ਅਜੇ ਵੀ ਹੈਗਾ ਕਿ ਸਾਡਾ ਚੋਣ ਕਮਿਸ਼ਨ ਬਾਅਦ ਚੋਂ ਵੀ 2-2 ਦਿਨਾਂ 3-3 ਦਿਨਾਂ ਬਾਅਦ ਵੀ ਅਪਡੇਟ ਦੇ ਦਿੰਦਾ ਹੁੰਦਾ। ਹਾਂਜੀ ਹਾਂਜੀ ਸੋ ਇਸ ਬਿਲਕੁਲ। ਲਈ ਇੱਥੇ ਉਮੀਦ ਹੈਗੀ ਹੈ ਕਿ ਵਧੂਗਾ। ਸਹੀ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਬਿਲਕੁਲ ਇਹ ਹੁਣ ਦੋਏ ਧਿਰਾਂ ਇਸ ਗੱਲ ਨੂੰ ਇਸ ਤਰੀਕੇ ਕਰਨਾ ਲੈ ਰਹੀਆਂ ਨੇ ਕਿ ਸਾਨੂੰ ਫਾਇਦਾ ਜਾਂ ਸਾਨੂੰ ਫਾਇਦਾ। ਦੇਖੋ, ਮਮਤਾ ਉਹਨਾਂ ਦੀ ਧਿਰ ਦਾ ਮੰਨਣਾ ਹੈ ਕਿ ਲੋਕਾਂ ਦੇ ਮਨਾਂ 'ਚ ਇੰਨਾ ਰੁੱਸਾ ਪੈਦਾ ਹੋਇਆ ਜਿਹੜੀ ਵੋਟ ਸਧਾਈ SIR ਕੀਤੀ, ਜਾਂ ਜਿਹੋ ਜੀ ਵਰਗ ਵੰਡ, ਜਾਤ ਵੰਡ, ਧਰਮ ਵੰਡ ਇਹ ਕਰ ਰਹੇ ਨੇ ਉਹਦੇ ਨਾਲ, ਹੈ ਨਾ। ਜੀ ਜੀ। ਇਸ ਲਈ ਕਿ ਮਮਤਾ ਜਿਵੇਂ ਸੂਬੇ ਲਈ ਖੜਦੀ ਆ, ਜਾਂ ਲੋਕਾਂ 'ਚ ਉਹਦਾ ਜੋ ਪ੍ਰਾਊਡ ਹੈ, ਜੋ ਉਹਨੂੰ ਮਾਨਤਾ ਹੈ, ਉਹਦੇ ਆਧਾਰ ਤੇ ਕਹਿੰਦੇ ਕਿ ਲੋਕ ਪੂਰੀ ਤਾਕਤ ਨਾਲ ਨਿਕਲੇ ਤਾਂ ਜੀ ਤਾਂ ਮਮਤਾ ਨੂੰ ਵੋਟ ਪਈ ਆ। ਠੀਕ ਹੈ। ਪਰ ਇਹ ਦਲੀਲ ਤਾਂ ਮਮਤਾ ਪੱਖ ਦੀ ਹੈ ਨਾ। ਜਦੋਂ BJP ਨੂੰ ਪੁੱਛੋਗੇ ਉਹ ਕਹਿੰਦੇ ਜੀ ਇਤਿਹਾਸ ਇਸ ਗੱਲ ਦਾ ਦਮ ਭਰਦਾ ਹੈ ਕਿ ਜਦੋਂ ਸੱਤਾਧਾਰੀ ਧਿਰ ਨੂੰ ਪਲਟਾਉਣਾ ਹੋਵੇ ਤਾਂ ਲੋਕ ਪੂਰੇ ਜੋਸ਼ ਨਾਲ ਬਾਹਰ ਨਿਕਲਦੇ ਆ। ਹਾਂਜੀ ਹਾਂਜੀ ਬਿਲਕੁਲ। ਇਸ ਲਈ ਇਹ ਵੱਧ ਵੋਟ ਤਾਂ ਸਾਨੂੰ ਲਾਹੇਵੰਦ ਹੈ, ਸਾਨੂੰ ਫਾਇਦੇਮੰਦ ਹੈ। ਠੀਕ ਹੈ, ਦੋਏ ਧਿਰਾਂ 4 ਮਈ ਤੱਕ ਤਾਂ ਖੁਸ਼ ਰਹਿ ਸਕਦੀਆਂ ਨਾ। ਫਿਰ 4 ਮਈ ਨੂੰ ਨਤੀਜੇ ਤੋਂ ਬਾਅਦ ਤਾਂ ਇੱਕ ਧਿਰ ਨੇ ਖੁਸ਼ ਹੋਣਾ। ਜੀ ਜੀ। ਪਰ ਇੱਕ ਗੱਲ ਹੈ ਕਿ ਮਮਤਾ ਬੈਨਰਜੀ ਦੀ ਪਾਰਟੀ ਚੋਣ ਲੜੀ ਆ ਜੀ, ਤੇ BJP ਵੱਲੋਂ ED, CBI, ਇਨਕਮ ਟੈਕਸ, ਚੋਣ ਕਮਿਸ਼ਨ, ਸੰਘ, ਭਾਜਪਾ, ਕੇਂਦਰ ਸਰਕਾਰ ਬਹੁਤ ਧਿਰਾਂ ਮਿਲ ਕੇ ਚੋਣ ਲੜਦੀਆਂ। ED, CBI ਸਭ ਕੁਝ। ਬਿਲਕੁਲ ਉਹ ਬੜੀਆਂ ਧਿਰਾਂ ਮਿਲ ਕੇ ਲੜਦੀਆਂ ਨੇ। ਸੋ ਹੁਣ ਇੱਥੇ ਕੱਲੇ ਨੂੰ ਕੱਲੇ ਵਾਲੀ ਤਾਂ ਕਬੱਡੀ ਹੈ ਨਹੀਂ ਗੀ ਇਹ। ਸਹੀ। ਇਹ ਸਭ ਦੇ ਬਾਵਜੂਦ ਵੀ ਜੇ ਲੋਕ ਖੁੱਲ੍ਹੇਆਮ ਮੀਡੀਆ 'ਚ ਕਹਿ ਰਹੇ ਸੀ ਕਿ ਅਸੀਂ ਮਮਤਾ ਦੀਦੀ ਨਾਲ ਹੈ, ਤਾਂ ਇਹਦਾ ਮਤਲਬ ਜੇ ਵੋਟਰ ਇੱਕ ਪਾਸੇ ਆ ਤਾਂ ਫਿਰ ਅਜੇ ਵੀ ਖੇਲੇ ਦਾ ਵੀ ਕੋਈ ਖਤਰਾ। ਜੀ ਜੀ। ਔਰ ਇਹ ਉਸ ਸਮੇਂ ਜਦੋਂ ਤੁਸੀਂ ਮਤਲਬ 30% ਵੋਟ ਖਾਲੀ ਹੋਵੇ, ਲਗਭਗ ਤੁਸੀਂ ਲੱਖਾਂ ਦੀ ਗਿਣਤੀ 'ਚ ਵੋਟਾਂ ਕੱਟ ਚੁੱਕੇ ਹੋ। 34 ਲੱਖ ਦੇ ਕਰੀਬ ਮੇਰਾ ਖਿਆਲ ਵੋਟ ਅੜਾਈ ਆ ਪੱਛਮੀ ਬੰਗਾਲ ਦੇ ਵਿੱਚੋਂ। ਹਾਂਜੀ ਹਾਂਜੀ। ਤੇ 915 ਵੋਟਾਂ ਪੈਣ ਤੋਂ ਪਹਿਲਾਂ ਬਹਾਲ ਕਰ ਰਹੇ ਸੀ, ਕਹਿੰਦੇ ਜੀ ਇੰਨੀਆਂ ਅਸੀਂ ਬਹਾਲ ਕਰਤੀਆਂ, ਠੀਕ ਪਾਈਆਂ ਗਈਆਂ। ਮਤਲਬ ਮਜ਼ਾਕ ਇੱਕ ਤਰ੍ਹਾਂ। ਉਸ ਦੇ ਵਿੱਚ ਵੀ ਜੇ ਇਹਨਾਂ ਦਾ ਖੇਲਾ ਸੈੱਟ ਨਹੀਂ ਹੁੰਦਾ ਫਿਰ ਸਵਾਲ ਹੈਗਾ। ਮੈਂ ਦੇਖ ਰਿਹਾ ਸੀਗਾ ਕਿ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪਹਿਲੇ ਫੇਜ਼ 'ਚ 152 ਸੀਟਾਂ ਤੇ VOTING ਹੋਈ ਆ। ਠੀਕ ਹੈ। ਇਹ ਪਹਿਲਾ ਗੇੜ ਆ ਜੀ। ਤਾਮਿਲਨਾਡੂ 'ਚ ਤਾਂ ਇਕੱਠੀ ਵੋਟ ਪੈ ਗਈ, ਪੱਛਮੀ ਬੰਗਾਲ ਦੇ 2 ਗੇੜ 'ਚ ਵੋਟ ਹੈ। ਪਹਿਲੇ ਗੇੜ ਦੀਆਂ 152 ਸੀਟਾਂ 'ਚ ਪਿਛਲੀ ਵਾਰ BJP ਪੂਰੇ ਮੁਕਾਬਲੇ 'ਚ ਸੀ। 152 ਚੋਂ ਪਿਛਲੀ ਵਾਰ 92 ਸੀਟਾਂ ਲੈ ਕੇ ਗਈ ਤ੍ਰਿਣਮੂਲ ਕਾਂਗਰਸ ਮਮਤਾ ਦੀ। ਠੀਕ ਹੈ। ਤੇ ਇੱਕ ਘੱਟ 59 ਸੀਟਾਂ BJP ਲੈ ਗਈ ਸੀ। 92 ਤੇ 59 ਕੋਈ ਜ਼ਿਆਦਾ ਉਹ ਨੀਗਾ। ਤੇ ਪਰ ਦੂਆ ਗੇੜ ਬਹੁਤ ਫਿਰ ਇਹਦਾ ਮਤਲਬ ਅਹਿਮ ਹੋ ਜਾਂਦਾ ਹੈ। ਜੀ ਜੀ। ਦੂਏ ਗੇੜ 'ਚ 142 ਸੀਟਾਂ ਨੇ। ਪਿਛਲੀ ਵਾਰ TMC 142 ਦੇ ਵਿੱਚੋਂ 123 ਸੀਟਾਂ ਲੈ ਗਈ ਸੀ। BJP ਨੂੰ ਸਿਰਫ 18 ਸੀਟਾਂ ਮਿਲੀਆਂ ਸੀ। ਅਦਰਜ਼ ਨੂੰ ਦੂਏ ਗੇੜ 'ਚ ਵੀ 1 ਸੀਟ ਸੀ, ਪਹਿਲੇ ਗੇੜ 'ਚ ਵੀ 1 ਸੀਟ ਸੀ। ਜੀ ਜੀ। ਮਤਲਬ ਮੁਕਾਬਲਾ ਸਿੱਧਾ 2 ਧਾਰੀਓ ਸੀ। ਤੇ ਪਰ ਪਹਿਲੇ ਗੇੜ ਦੇ ਵਾਲੀਆਂ 'ਚ ਬਹੁਤ ਨੇੜੇ ਤੇੜੇ ਜਾਂਦੇ ਨੇ। 60-90 ਦਾ ਗੇੜ ਰਹਿੰਦਾ। ਇੱਥੇ ਹੁਣ 123 ਤੇ 18 ਦਾ। ਇਹਦਾ ਮਤਲਬ ਪਹਿਲੇ ਗੇੜ 'ਚ BJP ਆਪ ਨੂੰ ਪਿਛਲੀ ਵਾਰ ਨਾਲੋਂ ਦਰੁਸਤ ਕਰਨਾ ਚਾਹੂਗੀ ਕਿ ਅਸੀਂ ਹੋਰ ਨੇੜੇ ਲਿਆਈਏ। ਪਰ ਫੈਸਲਾ ਕੁੱਲ ਦੂਜਾ ਗੇੜ ਹੀ ਰਹੂਗਾ। ਇਹਦਾ ਮਤਲਬ ਕਿ ਜੇ ਤ੍ਰਿਣਮੂਲ ਕਾਂਗਰਸ ਇਸ ਪਾੜੇ ਨੂੰ ਕਾਇਮ ਰੱਖਦੀ ਆ ਜਾਂ ਹੋਰ ਘਟਾ ਲੈਂਦੀ ਆ, ਹੈ ਨਾ, ਇਹ ਖੱਪਾ ਵੱਧ ਜਾਂਦਾ ਆਪਸ ਦੇ ਵਿੱਚ ਦੂਰੀ ਦਾ, ਫਿਰ ਤਾਂ ਫਾਇਦਾ। ਤੇ ਜੇ BJP ਨੇੜੇ ਲਿਆਉਂਦੀ ਹੈ ਇਹਨੂੰ, ਆਪਣੀਆਂ ਸੀਟਾਂ ਨੂੰ ਉੱਪਰ ਲੈ ਜਾਂਦੀ ਹੈ ਇਹ 'ਚ, ਫਿਰ ਇਹ ਚੈਲੰਜ ਵੀ ਹੈਗਾ। ਸੋ ਦੇਖਦੇ ਹਾਂ ਇਹ 4 ਮਈ ਨੂੰ। ਪਰ ਤਾਮਿਲਨਾਡੂ ਦੇ ਵਿੱਚ ਵੀ ਇਸੇ ਤਰ੍ਹਾਂ ਰਿਕਾਰਡ ਤੋੜ ਮੈਂ ਦੇਖ ਰਿਹਾ ਸੀਗਾ ਕਿ ਜਿਵੇਂ 17 ਸਾਲਾਂ ਦੀ ਆਪਾਂ ਗੱਲ ਕਰਦੇ ਹਾਂ, 1951 'ਚ 41% ਵੋਟ ਪਈ ਸੀ ਸਾਰੀ, ਮਤਲਬ ਕਿ ਪੱਛਮੀ ਬੰਗਾਲ 'ਚ, ਹੈ ਨਾ। 1951 'ਚ ਵੀ 47%। ਇਹ ਜਾ ਕੇ 1982 'ਚ 76% ਦੇ ਨੇੜੇ ਤੇੜੇ ਗਈ ਆ। 1996 'ਚ 82 ਤੇ ਗਈ ਆ। ਤੇ 2016 'ਚ ਵੀ 82, 2021 'ਚ 81 ਤੇ ਇਸ ਵਾਰ 93%। ਜੇ ਪਹਿਲਾ ਗੇੜਾ ਦੂਆ ਗੇੜ ਮਿਲਾ ਕੇ ਓਵਰਆਲ ਹੋਊਗੀ, ਫਿਰ ਦੇਖਦੇ ਆ। ਪਹਿਲੇ ਗੇੜ ਦੀ ਇੰਨੀ ਜਾਣਾ ਹੀ ਬਹੁਤ ਵੱਡੀ ਗੱਲ ਹੈ। ਇਸੇ ਤਰ੍ਹਾਂ ਤਾਮਿਲਨਾਡੂ 'ਚ ਵੀ 14 ਵਾਰ ਚੋਣਾਂ ਹੋ ਚੁੱਕੀਆਂ। 1967 'ਚ 76% ਵੋਟ ਸੀ, ਜਿਹੜੀ ਮੈਂ ਦੇਖਦਾ ਘਟਦੀ ਵੀ ਰਹੀ ਹੈ। 2001 'ਚ ਤਾਂ 60% ਦੇ ਗੇੜ 'ਚ ਰਹਿ ਗਈ ਸੀ। 2016 'ਚ 74%, 2021 'ਚ 72% ਗਈ ਹੈ ਤੇ ਇਸ ਬਾਰੇ 85% ਦੇ ਪਾਰ ਜਾ ਰਹੀ ਹੈ ਜੀ। ਸੋ ਇਸ ਲਈ ਵੋਟ % ਵਧੀ ਹੈ। ਤੇ ਦੋਵਾਂ ਸੂਬਿਆਂ ਦੇ ਵਿੱਚ ਕਿਉਂਕਿ ਉੱਥੇ ਵੀ ਤਕੋਣਾ ਮੁਕਾਬਲਾ ਲੋਕ ਗੱਲ ਕਰਨ ਲੱਗ ਪਏ ਨੇ ਕਿ ਕੁਝ ਬਣ ਸਕਦਾ ਤਾਮਿਲਨਾਡੂ 'ਚ ਵੀ। ਸੋ ਇੱਥੇ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਇੱਥੇ
ਦੋ ਧਾਰੀ ਮੁਕਾਬਲੇ 'ਚ ਬੀਜੇਪੀ ਹੁਣ ਕਿਸ ਸਥਿਤੀ 'ਚ ਆਉਂਦੀ ਆ। ਸੋ ਕਾਫੀ ਫਸਵੇਂ ਮੈਚ ਵੀ ਹੋ ਸਕਦੇ ਨੇ, ਪਰ 4 ਮਈ ਨੂੰ ਲੱਗ ਜੂ ਪਤਾ। ਜੀ ਬਿਲਕੁਲ ਸਹੀ ਆ। ਤੇ ਜਾਂਦਿਆਂ ਦੀ ਗੱਲ ਕਰੀਏ, ਪੰਜਾਬ ਦੀ ਅਪ੍ਰੈਲ ਮਹੀਨੇ ਦੇ ਵਿੱਚ ਹੀ ਕਹਿੰਦੇ ਤੰਦੂਰ ਵਾਂਗੂ ਤਪੀ ਜਾਂਦਾ ਜੀ ਪੰਜਾਬ ਦਾ। ਦੇਖੋ, ਇੱਕ ਤਾਂ ਮੌਸਮ ਦੀ ਮਾਰ ਉੱਪਰ ਬਿਜਲੀ ਵਾਲੀ ਕਿੱਲਤ ਤੇ ਵੱਡਾ ਸਵਾਲ ਤਾਂ ਖੜਾ ਹੀ ਖੜਾ ਹੈ। ਹਾਂਜੀ। ਪਰ ਇਹ ਪਹਿਲੂ ਬਿਲਕੁਲ ਹੈ ਕਿ ਜਿਹੜੀ ਗਰਮੀ ਮਈ 'ਚ ਜਾ ਕੇ ਪੈਂਦੀ ਸੀ, ਮਈ ਦੇ ਅਖੀਰਲੇ ਹਫ਼ਤਿਆਂ ਜੂਨ 'ਚ ਪੈਂਦੀ ਸੀ, ਉਹ ਅਪ੍ਰੈਲ ਦੇ ਤੀਜੇ ਹਫ਼ਤੇ ਪੈਣ ਲੱਗ ਪਈ। ਬਠਿੰਡਾ ਕੱਲ 44 ਡਿਗਰੀ ਦੇ ਪਾਰ ਗਿਆ ਜੀ। ਸਹੀ ਹੈ। ਇੱਥੋਂ ਅੰਦਾਜ਼ਾ ਲਾ ਲਓ। ਚੰਡੀਗੜ੍ਹ, ਸ਼੍ਰੀ ਅਨੰਦਪੁਰ ਸਾਹਿਬ, ਨੰਗਲ, ਇਹ ਬੈਲਟ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ, ਸਤਲੁਜ ਦਰਿਆ ਦੇ ਨਾਲ ਉਹ ਲੱਗਦਾ ਖੇਤਰ, ਉੱਥੇ ਵੀ 40 ਡਿਗਰੀ 41 ਡਿਗਰੀ ਤਾਪਮਾਨ ਹੈ ਕੱਲ। ਅੱਛਾ। ਇੱਥੋਂ ਅੰਦਾਜ਼ਾ ਲਾ ਲਓ ਸਥਿਤੀ ਕੀ ਹੈ। ਮੈਂ ਦੇਖ ਰਿਹਾ ਸੀਗਾ ਬਠਿੰਡਾ 44 ਡਿਗਰੀ ਹੈ ਜੀ, ਫਰੀਦਕੋਟ 43 ਡਿਗਰੀ, ਪਟਿਆਲਾ 41 ਡਿਗਰੀ ਤੋਂ ਉੱਪਰ, ਨੰਗਲ 40.1 ਡਿਗਰੀ, ਲੁਧਿਆਣਾ 41 ਡਿਗਰੀ, ਫਾਜ਼ਿਲਕਾ 40 ਡਿਗਰੀ, ਅੰਮ੍ਰਿਤਸਰ 40 ਡਿਗਰੀ ਤੋਂ ਪਾਰ, ਤੇ ਇੱਧਰ ਫਰੀਦਾਬਾਦ, ਰੋਹਤਕ, ਸਿਰਸਾ 43 ਡਿਗਰੀ ਦੇ ਪਾਰ ਹਰਿਆਣਾ 'ਚ। ਹਿਮਾਚਲ ਦੇ 9 ਤੋਂ 10 ਮੈਦਾਨੀ ਜਿਹੜੇ ਮਤਲਬ ਕਿ ਖੇਤਰ ਨੇ, ਉਹ ਉੱਥੇ ਕਹੀ ਜਿਹੀ ਗਰਮੀ ਹੋ ਗਈ ਇਹਨਾਂ ਦਾ ਲਾ ਲਓ ਕਿ ਉਹ ਵੀ 32 33 ਡਿਗਰੀ ਤੇ ਜਾ ਰਹੇ ਨੇ ਹਿਮਾਚਲ ਦੇ ਸ਼ਹਿਰ ਵੀ। ਸੋ ਇਸ ਲਈ ਇਹ ਬਹੁਤ ਬੇਮੌਸਮੀ ਗਰਮੀ ਵੀ ਤੁਸੀਂ ਕਹਿ ਸਕਦੇ ਹੋ ਇਹਨੂੰ। ਜੀ। ਇਹ ਕੁਦਰਤ ਦੇ ਤੌਰ ਦੇ ਉੱਤੇ ਇੱਕ ਖਿਲਵਾੜ ਦਾ ਨਤੀਜਾ ਵੀ ਹੈ ਅਸੀਂ ਕਿ ਫਰਵਰੀ 'ਚ ਵੀ ਅਸੀਂ ਗਰਮੀ ਮਹਿਸੂਸ ਕਰਦੇ ਹਾਂ। ਹਾਂਜੀ। ਮਾਰਚ ਅਪ੍ਰੈਲ ਦੇ ਪਹਿਲੇ ਹਫ਼ਤਿਆਂ 'ਚ ਫਿਰ ਠੰਡ ਵੀ ਪਰਤਦੀ ਆ, ਮੀਂਹ ਗੜੇ ਵੀ ਪੈ ਕੇ ਫਸਲ ਤੇ ਵੀ ਮਾਰ ਪੈਂਦੀ ਆ, ਤੇ ਹੁਣ ਫਿਰ ਅਚਾਨਕ ਗਰਮੀ ਦੀ ਤਪਸ਼ ਇੱਕੋਦਮ ਵੱਧ ਗਈ ਆ। ਇਹਦਾ ਮਤਲਬ ਮਈ ਜੂਨ ਤੱਕ ਹਾਲਤ ਕੀ ਹੋਊਗੀ, ਇਹ ਚਿੰਤਾਜਨਕ ਸਥਿਤੀ ਆ। ਤੇ ਇਹਦਾ ਅਸਰ ਬੰਦਿਆਂ ਤੇ, ਪਸ਼ੂਆਂ ਤੇ, ਜੀਵਾਂ ਤੇ, ਜੰਤੂਆਂ ਤੇ, ਬਨਸਪਤੀ ਤੇ, ਸਾਰਿਆਂ ਤੇ ਪੈਣਾ ਬਹੁਤ ਭਿਆਨਕ। ਬਿਲਕੁਲ ਤੁਹਾਡੀ ਗੱਲ ਦਰੁਸਤ ਸੀ ਕਿ ਤੰਦੂਰ ਵਾਂਗ ਤਪ ਰਿਹਾ ਪੰਜਾਬ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।